ਅੱਜ ਦਾ ਵੀਡੀਓ ਜੋ ਹੈ ਉਹ ਵੀ ਚੀਕੂ ਚੀਜ਼ ਦੇ ਲਈ ਆ, ਜਿਹੜੇ ਚੀਕੂ ਚੀਜ਼ ਦੀ ਤਿਆਰੀ ਕਰ ਰਹੇ ਆ। ਅੱਜ ਦੀ ਵੀਡੀਓ 'ਚ ਆਪਾਂ ਦੇਖਾਂਗੇ ਸੋਤੋਸ 1300 ਅਤੇ ਸੋਬਰਸ 1300 ਕੀ ਹੁੰਦਾ ਹੈ। ਇਹਨੂੰ ਆਪਾਂ ਇੱਕ ਡਾਇਗਰਾਮ ਦੁਆਰਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਹ ਵੇਖੋ, ਜਿਹੜੀ ਉੱਪਰ ਡਾਇਗਰਾਮ ਦਿੱਤੀ ਆ ਉਹ ਸੋਤੋਸ 1300 ਨੂੰ ਡਿਸਕਰਾਈਬ ਕਰ ਰਹੀ ਆ, ਨੀਚੇ ਵਾਲੀ ਸੋਬਰਸ 1300 ਨੂੰ ਡਿਸਕਰਾਈਬ ਕਰ ਰਹੀ ਆ। ਬੇਸਿਕਲੀ ਹੁੰਦਾ ਕੀ ਹੈ, ਜਿਹੜਾ ਸੋਤੋਸ 1300 ਹੁੰਦਾ ਉਹਦੇ ਵਿੱਚ ਜਦੋਂ ਇੱਕ ਕੋਈ ਵੀ ਮਤਲਬ ਗੱਡੀ ਵਹੀਕਲ ਜਿਹੜਾ ਆ ਉਹ ਕੁਰਬੇ ਵਿੱਚ ਜਾਂਦਾ ਹੈ ਤਾਂ ਉਹਨੇ ਜਿੱਧਰ ਨੂੰ ਮੁੜਨਾ ਹੁੰਦਾ ਉਹ ਸੋਤੋਸ 1300 ਦੇ ਕਾਰਨ ਉੱਧਰ ਨੂੰ ਮੁੜ ਨਹੀਂ ਪਾਉਂਦਾ, ਉਹ ਡਾਇਰੈਕਟਲੀ ਸਿੱਧਾ ਹੀ ਚਲੇ ਜਾਂਦਾ ਹੈ। ਠੀਕ ਹੈ, ਯਾਨੀ ਹੁਣ ਪਹਿਲੀ ਡਾਇਗਰਾਮ ਵਿੱਚ ਜਿਹੜੀ ਕਾਰ ਜਾ ਰਹੀ ਹੈ ਉਹਨੇ ਸੱਜੇ ਨੂੰ ਮੁੜਨਾ ਸੀਗਾ, ਪਰ ਉਹਦਾ ਸੋਤੋਸ 1300 ਦੇ ਕਾਰਨ ਸੱਜੇ ਨੂੰ ਮੁੜ ਨਹੀਂ ਪਾਇਆ, ਉਹ ਸਿੱਧਾ ਹੀ ਚਲਾ ਗਿਆ ਅਤੇ ਉਹ ਖੱਬੇ ਪਾਸੇ ਨੂੰ ਕੁਰਬੇ ਦੇ ਬਾਹਰ ਵੱਲ ਨੂੰ ਨਿਕਲ ਗਈ ਉਹਦੀ ਗੱਡੀ। ਇਹਦਾ ਬੇਸਿਕਲੀ ਕੀ ਕਾਰਨ ਹੁੰਦਾ ਹੈ, ਜਦੋਂ ਸਾਡੇ ਫਰੰਟ ਵਾਲੇ ਰੋਤੇ ਜਿਹੜੇ ਰੋਤੇ ਐਂਟੀਰੀਓਰ ਜਿਹਨੂੰ ਅਸੀਂ ਕਹਿੰਦੇ ਹਾਂ, ਜਦੋਂ ਉਹਨਾਂ 'ਤੇ ਡੈਰੀਵਾ ਵੱਧ ਜਾਂਦਾ ਹੈ। ਠੀਕ ਹੈ, ਜਾਣੀ ਜਿੱਦਾਂ ਆਪਾਂ ਪੰਜਾਬੀ ਸਿੰਪਲ ਸਮਝਣਾ ਹੋਵੇ ਤਾਂ ਜਦੋਂ ਫਰੰਟ ਵਾਲੇ ਰੋਤਿਆਂ ਦੇ ਉੱਤੇ ਪ੍ਰੋਬਲਮ ਆਉਂਦੀ ਆ, ਭਾਰ ਵੱਧ ਜਾਂਦਾ। ਠੀਕ ਹੈ, ਉਦੋਂ ਸੋਤੋਸ 1300 ਹੁੰਦਾ ਹੈ। ਕਹਿਣ ਦਾ ਮਤਲਬ ਜਦੋਂ ਫਰੰਟ ਵਾਲੇ ਰੋਤੇ ਜਿਹੜੇ ਆ ਉਹ ਸਗੋਨਫੀਆ ਵੀ ਹੋਣ, ਮਤਲਬ ਉਹਨਾਂ 'ਚ ਹਵਾ ਵੀ ਘੱਟ ਹੋਵੇ, ਤਾਂ ਵੀ ਸਟੀਅਰਿੰਗ ਜਿਹੜਾ ਸਾਡਾ ਸੋਤੋਸ 1300 ਹੋ ਜਾਂਦਾ। ਇਸ ਕੇਸ 'ਚ ਕੀ ਹੁੰਦਾ ਹੈ, ਜਿਹੜੀ ਗੱਡੀ ਹੈ ਉਹਦਾ ਕੁਰਬੇ ਦੇ ਵਿੱਚ ਜਿਹੜਾ ਯਾਨੀ ਸਟੇਅਰ ਨਾਲ ਨੂੰ ਐਕਸਟਰਨਲ ਪਾਰਟ ਵੱਲ ਨੂੰ ਉਹ ਜਾਂਦਾ ਹੈ ਅਤੇ ਉਹਦਾ ਜਿਹੜਾ ਅਲਰਗਾਰੇ ਹੋ ਜਾਂਦਾ, ਕੁਰਬਾ ਜਿਹੜਾ ਹੁੰਦਾ ਆ ਉਹਦੀ ਜਿਹੜੀ ਮਤਲਬ ਜਗ੍ਹਾ ਜਿਹੜੀ ਆ ਵੱਧ ਜਾਂਦੀ, ਅਲਰਗਾਰੇ ਹੋ ਜਾਂਦੀ, ਲਾਰਜ ਹੋ ਜਾਂਦੀ ਹੈ। ਠੀਕ ਹੈ, ਇਹਨੂੰ ਕੰਟਰੋਲ ਕਰਨ ਦੇ ਲਈ ਸਾਨੂੰ ਸਪੀਡ ਘੱਟ ਕਰ ਲੈਣੀ ਚਾਹੀਦੀ ਹੈ ਅਤੇ ਹੌਲੀ ਹੌਲੀ ਜਿੱਦਾਂ ਕੋਸ਼ਿਸ਼ ਕਰਨੀ ਚਾਹੀਦੀ ਸਟੀਅਰਿੰਗ ਨੂੰ ਸੱਜੇ ਪਾਸੇ ਨੂੰ ਘੁਮਾਈਏ। ਦੋ ਚੀਜ਼ਾਂ ਯਾਦ ਰੱਖਣੀਆਂ, ਸੋਤੋਸ 1300 ਕਦੋਂ ਹੁੰਦਾ, ਜਦੋਂ ਗੱਡੀ ਦੇ ਫਰੰਟ ਵਾਲੇ ਰੋਤੇ ਜਿਹੜੇ ਹੁੰਦੇ ਆ ਉਹਨਾਂ 'ਤੇ ਡੈਰੀਵਾ ਹੋਵੇ ਐਜ਼ ਕੰਪੇਅਰ ਟੂ ਰੋਤੇ ਪੋਸਟੀਰੀਓਰੇ, ਯਾਨੀ ਪਿਛਲੇ ਰੋਤਿਆਂ ਦੇ ਮੁਕਾਬਲੇ ਫਰੰਟ ਵਾਲੇ ਰੋਤਿਆਂ 'ਤੇ ਡੈਰੀਵਾ ਹੋਵੇ ਅਤੇ ਪਿਛਲੇ ਰੋਤਿਆਂ 'ਤੇ ਪੈਰ ਨੂੰ ਹੋਵੇ। ਇਹ ਯਾਦ ਰੱਖਣੀ ਗੱਲ, ਅਗਲੇ ਕੇਸ 'ਚ ਉਲਟੀ ਹੋ ਜਾਣੀ, ਯਾਨੀ ਕਿ ਫਰੰਟ ਵਾਲੇ ਰੋਤੇ 'ਤੇ ਡੈਰੀਵਾ ਹੋਵੇ ਰੋਤੇ ਐਂਟੀਰੀਓਰੇ 'ਤੇ, ਅਤੇ ਜਿਹੜੇ ਰੋਤੇ ਪੋਸਟੀਰੀਓਰੇ ਆ ਉਹਨਾਂ 'ਤੇ ਪੈਰ ਨੂੰ ਹੋਵੇ, ਉਦੋਂ ਸੋਤੋਸ 1300 ਹੁੰਦਾ। ਓਕੇ, ਨੈਕਸਟ ਹੈ ਸੋਬਰਸ 1300। ਸੋਬਰਸ 1300 'ਚ ਕੀ ਹੁੰਦਾ ਹੈ ਕਿ ਡੈਰੀਵਾ ਜਿਹੜਾ ਹੁੰਦਾ ਹੈ ਉਹ ਪਿਛਲੇ ਰੋਤਿਆਂ 'ਤੇ ਹੁੰਦਾ। ਠੀਕ ਹੈ, ਰੋਤੇ ਪੋਸਟੀਰੀਓਰੇ 'ਤੇ ਡੈਰੀਵਾ ਹੋ ਜਾਂਦਾ ਹੈ। ਅਸੀਂ ਜਾਣੀ ਜਦੋਂ ਪਿਛਲੇ ਵਾਲੇ ਰੋਤਿਆਂ 'ਤੇ ਡੈਰੀਵਾ ਹੋ ਗਿਆ, ਫਰੰਟ ਵਾਲੇ 'ਤੇ ਪੈਰ ਨੂੰ ਹੋ ਗਿਆ, ਅਤੇ ਫਰੰਟ ਵਾਲੇ ਦਾ ਮਤਲਬ ਆਸਾਨੀ ਨਾਲ ਘੁੰਮ ਸਕਦੇ ਆ। ਉਹ ਜਾਣੀ ਜਦੋਂ ਅਸੀਂ ਸਟੀਅਰਿੰਗ ਘੁਮਾਉਂਦੇ ਹਾਂ ਉਹ ਜ਼ਿਆਦਾ ਘੁੰਮ ਜਾਂਦਾ ਅਤੇ ਉਹ ਤਿਸਤਾ ਕੋਦਾ ਹੋ ਜਾਂਦਾ, ਯਾਨੀ ਕਿ ਜ਼ਿਆਦਾ ਘੁੰਮ ਕੇ ਗੱਡੀ ਮਤਲਬ ਸੱਜੇ ਪਾਸੇ ਵੱਲ ਨੂੰ ਮੁੜ ਜਾਂਦੀ ਹੈ। ਉਹਨੂੰ ਕਹਿੰਦੇ ਆ ਸੋਬਰਸ 1300। ਯਾਨੀ ਪਹਿਲੇ ਕੇਸ 'ਚ ਫਰੰਟ ਵਾਲੇ ਰੋਤੇ 'ਤੇ ਡੈਰੀਵਾ ਹੁੰਦਾ ਜੀ, ਇਸ ਕੇਸ 'ਤੇ ਸੋਬਰਸ 1300 ਵਿੱਚ ਬੈਕ ਵਾਲੇ ਜਿਹੜੇ ਰੋਤੇ ਪੋਸਟੀਰੀਓਰ ਆ ਉਹਨਾਂ 'ਤੇ ਡੈਰੀਵਾ ਹੋਏਗਾ, ਅਤੇ ਫਰੰਟ ਵਾਲੇ ਜਿਹੜੇ ਹੈਗੇ ਆ ਰੋਤੇ ਐਂਟੀਰੀਓਰ ਆ ਜਿਹੜੇ ਉਹਨਾਂ 'ਤੇ ਪੈਰ ਨੂੰ ਹੋਏਗੀ, ਅਤੇ ਬੈਕ ਵਾਲੇ ਜਿਹੜੇ ਰੋਤੇ ਪੋਸਟੀਰੀਓਰ ਆ ਉਹ ਸਗੋਨਫੀਆ ਹੋਣਗੇ। ਠੀਕ ਹੈ, ਇਹਦੇ ਵਿੱਚ ਜਿਹੜਾ ਕੁਰਵਾ ਆ ਉਹ ਸਤਰਿੰਜੇ ਹੋਏਗਾ, ਅਲਰਗਾਰੇ ਨਹੀਂ ਹੋਏਗਾ। ਇਹ 3-4 ਚੀਜ਼ਾਂ ਯਾਦ ਰੱਖਣੀਆਂ। ਬਾਕੀ ਆਪਾਂ ਕੁਐਸ਼ਨ ਆਨਸਰ ਦੇਖਦੇ ਹਾਂ, ਉਸ ਤੋਂ ਬੈਟਰ ਜ਼ਿਆਦਾ ਚੰਗੇ ਤਰੀਕੇ ਨਾਲ ਸਾਨੂੰ ਸਮਝ ਆ ਜਾਏਗੀ। ਓਕੇ, ਇਹ ਕਹਿ ਰਿਹਾ ਇਨ ਰੈਜੀਮੇ ਦੀ ਸੋਤੋਸ 1300 ਇਲ ਵਹੀਕੁਲੋ ਤੈਂਦੇ ਅਦ ਅਲਰਗਾਰੇ ਲਾ ਕੁਰਬਾ। ਮੈਂ ਤੁਹਾਨੂੰ ਦੱਸਿਆ ਜਦੋਂ ਸੋਤੋਸ 1300 ਹੁੰਦਾ ਹੈ ਜਿਹੜਾ ਕੁਰਬਾ ਆ ਉਹ ਲਾਰਜ ਹੋ ਜਾਂਦਾ, ਅਲਰਗਾਰੇ ਹੋ ਜਾਂਦਾ। ਠੀਕ ਹੈ, ਇਸ ਲਈ ਵੇਰੋ ਜਦੋਂ ਸੋਬਰਸ 1300 ਹੋਵੇ ਤਾਂ ਜਿਹੜਾ ਕੁਰਬਾ ਆ ਉਹ ਸਤਰਿੰਜੇ ਹੋ ਜਾਂਦਾ। ਇਲ ਸੋਤੋਸ 1300 ਔਮੈਂਤਾ ਲਾ ਸਟੈਬਿਲਿਟà del veicolo in curva। ਜਦ ਸੋਤੋਸ 1300 ਹੀ ਹੋ ਗਿਆ ਮਤਲਬ ਸਾਡੀ ਗੱਡੀ ਜਿਹੜੀ ਆ ਉਹ ਬਾਹਰ ਨੂੰ ਜਾਣ ਲੱਗ ਪਈ ਕੁਰਬੇ ਦੇ ਖੱਬੇ ਪਾਸੇ ਵੱਲ ਨੂੰ, ਫਿਰ ਸਟੇਬਿਲਿਟੀ ਕਿੱਦਾਂ ਹੋਏਗੀ ਵਹੀਕਲ ਦੀ ਨਾ, ਇਸ ਲਈ ਗਲਤ ਹੋਏ ਕੋਈ ਮਤਲਬ। ਇਹ ਕਹਿੰਦਾ ਸੋਤੋਸ 1300 ਦੇ ਕਾਰਨ ਗੱਡੀ ਦੀ ਜਿਹੜੀ ਸਟੇਬਿਲਿਟੀ ਹੈ ਉਹ ਵੱਧ ਜਾਂਦੀ ਹੈ ਕੁਰਬੇ 'ਚ, ਨਹੀਂ, ਗਲਤ। un veicolo si dice sottosterzante quando l'angolo di deriva dell'asse anteriore è superiore a quello dell'asse posteriore। ਜੇ ਤੁਹਾਨੂੰ ਯਾਦ ਹੈ ਮੈਂ ਹੁਣੇ ਇਹ ਗੱਲ ਦੱਸ ਕੇ ਹਟਿਆ, ਸੋਤੋਸ 1300 ਦੇ ਵਿੱਚ ਜਿਹੜੇ ਐਂਗਲੋ ਦੀ ਡੈਰੀਵਾ ਦੈਲ ਆਸੇ ਐਂਟੀਰੀਓਰੇ ਹੈ ਉਹ ਜ਼ਿਆਦਾ ਹੋਏਗਾ, ਜਾਣੀ ਐਂਟੀਰੀਓਰੇ ਵਾਲੇ ਆਸੇ ਦੇ ਉੱਤੇ ਡੈਰੀਵਾ ਜ਼ਿਆਦਾ ਹੋਏਗਾ ਐਜ਼ ਕੰਪੇਅਰ ਟੂ ਪਿਛਲੇ।
ਇਹ ਵੀ ਇਹੀ ਕਹਿ ਰਿਹਾ, la deriva dell'asse anteriore è superiore a quello dell'asse posteriore, posteriore ਵਾਲੇ ਆਸਿਆਂ ਤੇ ਮੁਕਾਬਲੇ anteriore ਵਾਲੇ ਆਸੇ ਜਿਹੜੇ ਉਹਨਾਂ ਤੇ deriva ਜ਼ਿਆਦਾ ਹੋਏਗਾ, ਇਸ ਲਈ vero. Il sottosterzo aumenta in caso di scarsa aderenza, ਇਹ ਚਾਹੇ ਸੋਤੋਸਤੇਰਸੋ ਹੋਵੇ ਚਾਹੇ ਸੋਬਰਾਸਤੇਰਸੋ ਹੋਵੇ, ਇਹ ਸਕਾਰਸਾ ਅਦਰੈਂਸਾ ਦੇ ਕਾਰਨ ਹੀ ਮਤਲਬ ਕਿ ਵਾਧਾ ਠੀਕ ਹੈ vero. Il comportamento sottosterzante del veicolo non è influenzato dalla pressione di gonfiaggio degli pneumatici, ਮੈਂ ਹੁਣੀ ਦੱਸ ਕੇ ਹਟਿਆ ਵੀ ਸੋਤੋਸਤੇਰਸੋ ਹੋਵੇ ਚਾਹੇ ਸੋਬਰਾਸਤੇਰਸੋ ਹੋਵੇ, ਇਹ ਸਾਡੇ ਜਿਹੜੀ ਗੋਨਫਿਆਜੋ ਦੇਲੀ ਪਨਿਊਮਾਤੀ ਉਹ 'ਤੇ ਡਿਪੈਂਡ ਕਰਦਾ, ਠੀਕ ਹੈ। ਇੱਥੇ ਵੀ ਡਿਪੈਂਡ ਕਰਦਾ, ਸਸਪੈਂਸੀਓਨੀ 'ਤੇ ਵੀ ਡਿਪੈਂਡ ਕਰਦਾ, ਇਸ ਲਈ ਇਹ ਕਹਿ ਰਿਹਾ ਵੀ ਨੋਨ ਇਨਫਲੂਜ਼ਾਤੋ ਦਲ ਪ੍ਰੈਸਿਓਨੇ ਦੀ ਗੋਨਫਿਆਜੋ ਦੀ ਪਨਿਊਮਾਤੀ, ਇਸ ਲਈ ਇਹ ਫਾਲਸੋ ਹੈ। Il sottosterzo aumenta nelle curve in salita, ਇਹਦਾ ਸਲੀਤਾ ਜਾਂ discesa ਜੋ ਉਤਰਾਈ ਜਾਂ ਚੜ੍ਹਾਈ ਦੇ ਨਾਲ ਕੋਈ ਲੈਣ ਦੇਣ ਨਹੀਂ, ਇਹ ਕਿਹਨਾਂ ਚੀਜ਼ਾਂ 'ਤੇ ਡਿਪੈਂਡ ਕਰਦਾ ਮੈਂ ਦੱਸਿਆ, ਜਾਂ ਤਾਂ ਪ੍ਰੈਸਿਓਨੇ ਦੀ ਗੋਨਫਿਆਜੋ 'ਤੇ, ਸਸਪੈਂਸੀਓਨੀ 'ਤੇ ਜਾਂ deriva 'ਤੇ, ਠੀਕ ਹੈ, ਇਸ ਲਈ ਇਹ ਫਾਲਸੋ। Le sospensioni scariche aumentano il comportamento sottosterzante del veicolo, ਜੇਕਰ ਉਹ ਸਾਡੇ ਸਸਪੈਂਸੀਓਨੀ ਜਿਹੜੇ ਸ਼ੋਕਰ ਹੈ ਵਗੈਰਾ ਹੁੰਦੇ ਆ ਉਹ ਸਕਾਰੀਕੋ ਹੋਣਗੇ, ਮਤਲਬ ਸਹੀ ਤਰ੍ਹਾਂ ਕੰਮ ਨਾ ਕਰਦੇ ਹੋਣਗੇ, ਤਾਂ ਵੀ ਸੋਤੋਸਤੇਰਸੋ ਹੋ ਜਾਂਦਾ ਹੈ vero. In regime di sottosterzo il veicolo curva meno di quanto volante dal conducente, ਇਹ ਮੈਂ ਪੁਆਇੰਟ ਦੱਸਣਾ ਭੁੱਲ ਗਿਆ ਸੀ। ਸੋਤੋਸਤੇਰਸੋ ਦੇ ਵਿੱਚ ਜਿੰਨਾ ਡਰਾਈਵਰ ਸਟੇਰਿੰਗ ਨੂੰ ਮੋੜਨਾ ਚਾਹੁੰਦਾ ਉਨਾ ਨਹੀਂ ਮੁੜਦਾ, ਉਹ ਤੋਂ ਘੱਟ ਮੁੜਦਾ, ਅਤੇ ਸੋਬਰਾਸਤੇਰਸੋ 'ਚ ਜਿੰਨਾ ਡਰਾਈਵਰ ਮੋੜਨਾ ਚਾਹੁੰਦਾ ਉਹ ਤੋਂ ਜ਼ਿਆਦਾ ਮੁੜ ਜਾਂਦਾ, ਇਸ ਲਈ ਇਹ ਕਹਿ ਰਿਹਾ ਵੀ ਘੱਟ ਮੁੜਦਾ, ਇਸ ਲਈ ਇਹ vero ਹੈ ਸੋਤੋਸਤੇਰਸੋ 'ਚ। Il sottosterzo compensa l'effetto della deriva, ਕਹਿੰਦਾ ਸੋਤੋਸਤੇਰਸੋ ਹੈ ਜਿਹੜਾ ਉਹ ਕੰਪਨਸੇਸ਼ਨ ਦਿੰਦਾ ਆ ਕਿਸ ਦੇ ਇਫੈਕਟ ਨੂੰ, deriva ਦੇ ਇਫੈਕਟ ਨੂੰ। ਆਪਾਂ ਇਹ ਗੱਲ ਹੁਣੀ ਮੈਂ ਤੁਹਾਨੂੰ ਦੱਸੀ ਆ ਵੀ ਜਿਹੜਾ ਸੋਤੋਸਤੇਰਸੋ ਹੁੰਦਾ ਉਹ deriva ਦੇ ਕਾਰਨ ਹੁੰਦਾ, ਜੇਕਰ ਫਰੰਟ ਵਾਲੇ ਰੋਤਿਆਂ 'ਤੇ deriva ਜ਼ਿਆਦਾ ਹੋਏਗਾ ਤਾਂ ਸੋਤੋਸਤੇਰਸੋ ਹੋਏਗਾ, ਅਤੇ ਇੱਥੇ ਇਹ ਕਹਿ ਰਿਹਾ ਵੀ ਉਹ ਕੰਪੈਂਸਾ ਇੰਗਲਿਸ਼ ਦਾ ਵਰਡ ਹੁੰਦਾ ਜਿੱਦਾਂ ਕੰਪਨਸੇਸ਼ਨ ਆਪਾਂ ਕਹਿ ਦਿੰਦੇ ਹਾਂ ਨਾ, ਰਿਆਇਤ, ਇਹ ਕਹਿੰਦਾ ਵੀ ਰਿਆਇਤ ਦਿੰਦਾ ਹੈ deriva ਨੂੰ, ਜਦ ਕਿ deriva ਦੇ ਕਾਰਨ ਉਹ ਹੁੰਦਾ ਹੈ, ਇਸ ਲਈ ਇਹ ਫਾਲਸੋ। L'aumento del carico sull'asse posteriore del veicolo aumenta il sottosterzo, ਇਹ ਮੈਂ ਗੱਲ ਪਹਿਲਾਂ ਦੱਸੀ ਹੈ ਵੀ ਜਦੋਂ ਫਰੰਟ ਵਾਲੇ ਰੋਤਿਆਂ ਦੇ ਉੱਤੇ ਕਾਰੀਕੋ ਜ਼ਿਆਦਾ ਹੁੰਦਾ ਤਾਂ ਸੋਤੋਸਤੇਰਸੋ ਹੁੰਦਾ, ਜੇ ਬੈਕ ਵਾਲੇ ਰੋਤਿਆਂ ਦੇ ਉੱਤੇ ਕਾਰੀਕੋ ਜ਼ਿਆਦਾ ਹੋਏਗਾ ਤਾਂ ਸੋਬਰਾਸਤੇਰਸੋ ਹੋਏਗਾ, ਇਸ ਲਈ ਇਹ ਫਾਲਸੋ ਹੈ। ਕਹਿ ਰਿਹਾ ਹੈ ਵੀ ਕਾਰੀਕੋ ਸੁਲਾਸੇ ਪੋਸਟੇਰੀਓਰੇ ਦੇ ਕਾਰਨ ਸੋਤੋਸਤੇਰਸੋ ਹੁੰਦਾ, ਫਾਲਸੋ। Il sottosterzo è causato dalla maggiore deriva delle rotte anteriore rispetto alle rotte posteriore, ਇਹ ਸਹੀ ਹੈ, ਠੀਕ ਹੈ। ਉੱਪਰ ਵਾਲੇ ਕੁਐਸਚਨ 'ਚ ਜੋ ਕਿਹਾ ਸੀ, ਥੱਲੇ ਵਾਲੇ ਕੁਐਸਚਨ 'ਚ ਉਸ ਤੋਂ ਉਲਟ ਕਹਿ ਰਿਹਾ ਵੀ ਸੋਤੋਸਤੇਰਸੋ ਹੁੰਦਾ ਕਿਸ ਕਾਰਨ, ਜ਼ਿਆਦਾ deriva ਜਦੋਂ ਹੁੰਦਾ ਹੈ ਰੋਤੇ ਐਂਟੀਰੀਓਰੇ ਉੱਤੇ, ਕਿਹਦੇ ਐਜ਼ ਕੰਪੇਅਰ ਟੂ ਰੋਤੇ ਪੋਸਟੀਰੀਓਰੇ, ਅਤੇ ਉਦੋਂ ਸੋਤੋਸਤੇਰਸੋ ਹੁੰਦਾ, ਇਸ ਲਈ ਇਹ vero, ਯਾਨੀ ਫਰੰਟ ਵਾਲੇ ਰੋਤਿਆਂ 'ਤੇ ਜ਼ਿਆਦਾ deriva ਹੋਵੇ ਫਿਰ ਸੋਤੋਸਤੇਰਸੋ ਹੁੰਦਾ, ਜੇ ਬੈਕ ਵਾਲਿਆਂ 'ਤੇ ਜ਼ਿਆਦਾ deriva ਹੋਵੇ ਫਿਰ ਸੋਬਰਾਸਤੇਰਸੋ। ਵੈਰੀਫਾਈ ਕਰੋ ਇਹਨੂੰ, ਠੀਕ ਹੈ ਜੀ। 11 ਦੇ 11 ਸਹੀ, ਅਤੇ ਆਪਾਂ ਇਹ ਸਾਰੇ ਸੋਤੋਸਤੇਰਸੋ ਦੇ ਸੋਬਰਾਸਤੇਰਸੋ ਦੇ ਅੱਜ ਕੁਐਸਚਨ ਤੁਹਾਨੂੰ ਕਰਾ ਦੇਣੇ ਆ। Ok, la tecnica correttiva al sottosteso deve essere applicata quando il veicolo tende a curvare più di quanto richiesto dal conducente, ਦੁਬਾਰਾ ਪੜ੍ਹੋ ਇਸ ਨੂੰ। La tecnica correttiva al sottosterzo deve essere applicata quando il veicolo tende a curvare più, ਮੈਂ ਤੁਹਾਨੂੰ ਦੱਸਿਆ ਜਿਹੜਾ ਸੋਬਰਾਸਤੇਰਸੋ ਹੁੰਦਾ ਉਹਦੇ ਵਿੱਚ ਜਿਹੜਾ ਆ ਕੁਰਵਾਰੇ ਪਿਊ ਕਰਦਾ ਆ, ਠੀਕ ਹੈ। ਜਿਹੜਾ ਸੋਤੋਸਤੇਰਸੋ ਆ ਉਹਦੇ ਵਿੱਚ ਉਹ ਘੱਟ ਘੁੰਮਦਾ ਆ, ਇਸ ਲਈ ਇਹ ਕਹਿ ਰਿਹਾ ਵੀ ਜਦੋਂ ਉਹਨੂੰ ਕਰੈਕਟ ਕਰਨਾ ਸੋਤੋਸਤੇਰਸੋ ਨੂੰ ਸਾਨੂੰ ਅਪਲਾਈ ਕਰਨਾ ਪੈਣਾ ਆ tende a curvare più di quanto richiesto dal conducente, ਯਾਨੀ ਜਿੰਨਾ ਉਹ ਰਿਕੁਐਸਟ ਕਰਦਾ ਆ ਉਹ ਤੋਂ ਜ਼ਿਆਦਾ ਘੁੰਮ ਜਾਂਦਾ ਹੈ, ਇੰਨਾ ਨਹੀਂ, ਉਲਟਾ ਹੁੰਦਾ, ਇਹ ਤੋਂ ਸੋਤੋਸਤੇਰਸੋ ਵਿੱਚ ਘੱਟ ਘੁੰਮਦਾ ਉਹ ਤੋਂ, ਇਸ ਲਈ ਫਾਲਸੋ।
La tecnica correttiva al sottosterzo consiste nel frenare a fondo falso। ਸਾਨੂੰ ਇੱਕਦਮ ਬ੍ਰੇਕ ਨਹੀਂ ਮਾਰਨੀ ਚਾਹੀਦੀ ਜਦੋਂ ਉਹਨੂੰ ਸਹੀ ਕਰਨਾ ਅਸੀਂ sottosterzo ਹੋ ਗਿਆ ਹੋਵੇ ਤਾਂ ਉਹਨੂੰ ਸਹੀ ਕਰਨ ਲਈ ਇੱਕਦਮ ਬ੍ਰੇਕ ਨਹੀਂ ਮਾਰਨੀ ਹੁੰਦੀ ਅਸੀਂ। La tecnica correttiva al sottosterzo deve essere applicata quando il veicolo tende a curvare meno di quanto voluto dal conducente। ਜਾਣੀ ਜਿੰਨਾ ਡਰਾਈਵਰ ਘੁਮਾਉਣਾ ਚਾਹ ਰਿਹਾ ਹੁੰਦਾ ਉਹ ਤੋਂ ਘੱਟ ਜਦੋਂ ਘੁੰਮੇ ਉਦੋਂ sottosterzo ਹੁੰਦਾ ਅਤੇ ਉਦੋਂ ਅਸੀਂ ਮਤਲਬ ਉਹਨੂੰ ਕਰੈਕਟ ਕਰਨ ਲਈ ਮਤਲਬ applicata quando il veicolo ਉਦੋਂ ਅਸੀਂ ਉਹਨੂੰ ਕਰੈਕਟ ਕਰਨ ਲਈ ਮਤਲਬ ਉਹਨੂੰ ਘੁਮਾਉਣਾ ਹੁੰਦਾ ਠੀਕ ਹੈ। ਜਦੋਂ ਘੱਟ ਘੁੰਮਦਾ ਉਦੋਂ sottosterzo ਹੁੰਦਾ, ਇਸ ਲਈ ਇਹ vero। La tecnica correttiva al sottosterzo comporta un momentaneo intervento sul volante verso l'interno della curva ਠੀਕ ਹੈ, ਕਿਉਂਕਿ sottosterzo ਵਿੱਚ ਵਹੀਕਲ ਬਾਹਰ ਨੂੰ ਜਾ ਰਿਹਾ ਹੁੰਦਾ ਇਸ ਲਈ ਉਹਨੂੰ ਅੰਦਰਲੇ ਪਾਸੇ ਨੂੰ ਅਸੀਂ ਵਲਾਂਤੇ ਨੂੰ ਘੁਮਾਉਣਾ ਹੁੰਦਾ ਹੈ। ਵਲਾਂਤੇ ਜਿਹੜਾ ਯਾਨੀ ਸਾਡਾ ਹੈਂਡਲ ਹੁੰਦਾ ਸਟੇਅਰਿੰਗ ਉਦੋਂ ਉਹ ਫਿਰ ਸਹੀ ਹੋ ਜਾਂਦਾ vero। La tecnica correttiva al sottosterzo consiste nell'intervenire sullo sterzo e sull'acceleratore per ridare la corretta direzionalità al veicolo। ਜਦੋਂ sottosterzo ਹੋ ਜਾਵੇ ਚਾਹੇ soprasterzo ਵੀ ਹੋ ਜਾਵੇ ਉਦੋਂ ਇਹ ਕੰਡੀਸ਼ਨ ਲੱਗਦੀ ਆ ਆਪਣੀ ਐਕਸਲਰੇਟਰ ਨੂੰ ਘੱਟ ਕਰੋ ਠੀਕ ਹੈ, ਅਤੇ ਜਿਹੜੀ ਵਹੀਕਲ ਦੀ ਡਾਇਰੈਕਸ਼ਨ ਆ ਉਹਨੂੰ ਪ੍ਰੋਪਰ ਸਿੱਧਾ ਕਰਨਾ ਸ਼ੁਰੂ ਕਰੋ। ਜੇ sottosterzo ਹੋਵੇ ਤਾਂ ਅੰਦਰ ਵੱਲ ਨੂੰ ਘੁਮਾਉਣਾ ਸ਼ੁਰੂ ਕਰ ਦਿਓ, ਜੇ soprasterzo ਹੋਵੇ ਤਾਂ ਫਿਰ ਬਾਹਰ ਵੱਲ ਨੂੰ ਠੀਕ ਹੈ, ਇਸ ਲਈ ਇਹ vero। ਯਾਨੀ ਦੋਨੋਂ ਹੀ ਚਾਹੇ sottosterzo ਹੋਵੇ ਚਾਹੇ soprasterzo ਹੋਵੇ ਇਹ ਕੰਡੀਸ਼ਨ ਦੋਨਾਂ 'ਤੇ ਲੱਗਣੀ ਵੈਰੀਫਾਈ ਠੀਕ ਹੈ ਜੀ। 5 ਦੇ 5 ਹੀ ਸਹੀ। ਓਕੇ ਜੀ, ਹੁਣ ਆਪਾਂ ਦੇਖਦੇ ਹਾਂ ਇਹ ਜਿਹੜੇ ਦੋਨੋਂ ਆਪਾਂ ਦਮਾਂਦੇ ਕੀਤੇ